ਰਜਿੰਦਰ ਮੋਹਨ ਛੀਨਾ खुद भी एक किसान ने पर वो फिर भी किसानों की गल नहीं कर रहे, वो बीजेपी की गल कर रहे। ਕਿਸਾਨ ਤੇ ਉਹ ਇਹੋ ਜਿਹਾ ਵਾ ਕਿ ਮਾਨਾ ਵਾਲੇ ਪਿੰਡ ਦੇ ਵਿੱਚ ਖੇਤੀਬਾੜੀ ਵਿਭਾਗ ਦੀ ਜਿਹੜੀ ਉਹ ਜ਼ਮੀਨ ਹੈ ਉਹ ਇਹਨੇ ਆਪਣੀ ਪਤਨੀ ਤੇਜਿੰਦਰ ਕੌਰ ਦੇ ਨਾਮ ਤੇ ਜਾਲੀ ਰਜਿਸਟਰੀਆਂ ਕਰਵਾਈਆਂ ਹੋਈਆਂ ਵਾ। ਇਹ ਕਿਸਾਨ ਨਹੀਂਗਾ, ਇਹ ਲੁਟੇਰਾ ਵਾ ਬੀਜੇਪੀ ਦਾ। ਰਕਾਬਗੰਜ ਜਾਂਦਾ ਗੁਰਦੁਆਰਾ ਸਾਹਿਬ ਜੇ ਮੱਥਾ ਟੇਕਣ ਤੇ ਉਹ ਸਾਰੀ ਮਤਲਬ ਇੱਕ ਡਰਾਮੇਬਾਜ਼ੀ ਹੋ ਰਹੀ ਹੈ। बीजेपी आगू का कहना है कि जो प्रदर्शन के बैठे ने खालिस्तानी रूप दिता जा रहा प्रदर्शन में। किसान खुद अन्नदाता और लंगर ला रहा, पूरे देश का ढिड भर सकता। उन्हें दुनिया का कोई कोना नहीं छड्डिया जिथे लंगर नहीं लाए। जिद्दन उहदे आप दे घर दी आऊगी उन्होंने लंगर वास्ते भी फंडिंग की जरूरत है। पंजाब के नौजवानों को नशेड़ी बनाया भी तो स्टेट नहीं है ना। ਜਦੋਂ ਪ੍ਰਕਾਸ਼ ਸਿੰਘ ਬਾਦਲ ਇਹ ਸਟੇਟਮੈਂਟ ਦਿੰਦਾ ਕਿ ਮੈਨੂੰ ਪੰਜਾਬ 'ਚ ਕੀੜੀ ਤੁਰੀ ਜਾਂਦੀ ਦਿੰਦੀ ਆ ਤੇ ਇਹ ਤਾਂ ਨਹੀਂ ਹੋ ਸਕਦਾ ਕਿ ਉਹਦੀ ਆਗਿਆ ਤੋਂ ਬਗੈਰ ਜਾਂ ਸਟੇਟ ਦੀ ਕਿਸੇ ਪਾਲਿਸੀ ਪ੍ਰੋਗਰਾਮ ਤੋਂ ਬਗੈਰ ਇੰਨਾ ਨਸ਼ਾ ਪੰਜਾਬ 'ਚ ਵਿਕ ਜਵੇ। ਜੇ ਆਰਐਸਐਸ ਕਹਿ ਸਕਦੀ ਆ ਕਿ ਅਸੀਂ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ ਤੇ ਜੇ ਕੁਝ ਲੋਕ ਕਹਿੰਦੇ ਵੀ ਅਸੀਂ ਫਿਰ ਪੰਜਾਬ ਨੂੰ ਖਾਲਿਸਤਾਨ ਬਣਾਵਾਂਗੇ, ਫਿਰ ਤਕਲੀਫ ਕਿਹੜੀ ਗੱਲ ਦੀ। ਤੇ ਪੰਜਾਬ ਨੇ ਹਮੇਸ਼ਾ ਹੀ ਦਿੱਲੀ ਦੀ ਰਾਖੀ ਕੀਤੀ ਆ। ਸਾਡੇ ਜਿਹੜੇ ਗੁਰੂ ਹੋਏ ਨੇ ਉਹਨਾਂ ਨੇ ਦਿੱਲੀ ਨੂੰ ਬਚਾਉਣ ਦੀ ਹਮੇਸ਼ਾ ਹੀ ਕੋਸ਼ਿਸ਼ ਕੀਤੀ ਆ। ਅੱਜ ਉਸੇ ਪੰਜਾਬ ਦੇ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ, ਉਸੇ ਪੰਜਾਬ ਦੇ ਨਾਲ ਤਸ਼ੱਦਦ ਕਿਉਂ ਕੀਤਾ ਜਾ ਰਿਹਾ। ਉਹਨਾਂ ਦੇ ਵਿੱਚੋਂ 100 ਚੋਂ 98% ਬੰਦਿਆਂ ਦੇ ਸਿਰਾਂ ਤੇ ਪੱਗਾਂ ਆ ਤੇ ਪੱਗਾਂ ਵਾਲਿਆਂ ਦਾ ਇਤਿਹਾਸ ਬੋਲਦਾ ਜਿੱਦਾਂ ਨੂੰ ਤੁਰ ਪਏ ਮਰ ਕੇ ਮੁੜਦੇ ਆ, ਛੱਡੇ ਜੰਗ ਨੂੰ ਕਦੇ ਮੁੜੇ ਨਹੀਂ ਅੱਜ ਤੱਕ। ਕਿਸਾਨਾਂ ਦੇ ਵੱਲੋਂ ਜਿੱਥੇ ਦਿੱਲੀ ਦੇ ਵਿੱਚ ਲਗਾਤਾਰ ਹੀ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ, ਉੱਥੇ ਹੀ ਅੱਜ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਬੀਜੇਪੀ ਆਗੂ ਰਜਿੰਦਰ ਮੋਹਨ ਛੀਨਾ ਦਾ ਵਿਰੋਧ ਕੀਤਾ ਜਾ ਰਿਹਾ। ਰਜਿੰਦਰ ਮੋਹਨ ਛੀਨਾ ਨੂੰ ਸਿੱਖੀ ਸੰਸਥਾ ਖਾਲਸਾ ਕਾਲਜ ਤੋਂ ਬਾਹਰ ਕੱਢੋ। ਇਹਨਾਂ ਬੈਨਰਾਂ ਦੇ ਨਾਲ ਲਗਾਤਾਰ ਹੀ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਰਜਿੰਦਰ ਮੋਹਨ ਛੀਨੇ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ। ਬੀਜੇਪੀ ਦਾ ਵਫਾਦਾਰ ਰਜਿੰਦਰ ਮੋਹਨ ਛੀਨਾ, ਕਿਸਾਨਾਂ ਦਾ ਗਦਾਰ, ਇਹਨਾਂ ਬੈਨਰਾਂ ਦੇ ਨਾਲ ਵਿਰੋਧ ਕੀਤਾ ਜਾ ਰਿਹਾ। ਸਾਡੇ ਨਾਲ ਸਿੱਖ ਸੰਸਥਾ ਦੇ ਆਗੂ ਨੇ, ਗੱਲਬਾਤ ਕਰਾਂਗੇ ਕਿਸ ਮੁੱਦੇ ਨੂੰ ਲੈ ਕੇ ਤੁਹਾਡੇ ਵੱਲੋਂ ਅੱਜ ਰਜਿੰਦਰ ਮੋਹਨ ਛੀਨਾ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ। ਦੇਖੋ ਇਹ ਜਿਹੜਾ ਰਜਿੰਦਰ ਮੋਹਨ ਛੀਨਾ ਆ ਇਹ ਬੀਜੇਪੀ ਦਾ ਲੀਡਰ ਆ, ਸੀਨੀਅਰ ਲੀਡਰ ਆ ਤੇ ਜਿਹੜੀ ਬੀਜੇਪੀ ਆ ਉਹ ਸਾਨੂੰ ਸਭ ਨੂੰ ਪਤਾ ਪੰਜਾਬ ਜਿਹੜਾ ਆ ਉਹ ਸੰਘਰਸ਼ ਕਰ ਰਿਹਾ। ਦਿੱਲੀ ਦੇ ਦਰਹੀਜਾਂ ਤੇ ਸਾਰਾ ਪੰਜਾਬ ਜਾ ਕੇ ਬੈਠਾ, ਪਰ ਉਹ ਜਿਹੜੇ 3 ਕਾਨੂੰਨ ਆ ਉਹ ਵਾਪਸ ਨਹੀਂ ਲੈ ਰਹੇ। ਤੇ ਇਹ ਜਿਹੜੇ ਬੀਜੇਪੀ ਦੇ ਲੀਡਰ ਆ ਇਹ ਅੱਜ ਵੀ ਜਿਹੜੀ ਦਿੱਲੀ ਦੀ ਵਫਾਦਾਰੀ ਕਰ ਰਹੇ ਆ, ਅੱਜ ਵੀ ਇਹ ਦਿੱਲੀ ਦੀ ਹਾਂ ਜੀ ਹਾਂ ਮਿਲਾ ਰਹੇ ਆ। ਇਸ ਕਰਕੇ ਅਜਿਹੇ ਲੀਡਰ ਜਿਹੜੇ ਬੀਜੇਪੀ ਦੇ ਹੈਗੇ ਆ ਤੇ ਸਾਡੀਆਂ ਸਿੱਖ ਸੰਸਥਾਵਾਂ 'ਚ ਬੈਠੇ ਆ, ਇਹਨਾਂ ਨੂੰ ਅਸੀਂ ਬਾਹਰ ਕੱਢਣਾ ਚਾਹੁੰਦੇ ਆ। ਸਾਰਾ ਪੰਜਾਬ ਇਹਨਾਂ ਦਾ ਵਿਰੋਧ ਕਰ ਰਿਹਾ ਤੇ ਅੱਜ ਅਸੀਂ ਇੱਥੇ ਜਿਹੜੇ ਖਾਲਸਾ ਕਾਲਜ ਦੇ ਪ੍ਰਧਾਨ ਨੇ ਸਤਿਆਜੀਤ ਸਿੰਘ, ਉਹਨਾਂ ਨੂੰ ਅਸੀਂ ਅੱਜ ਇਹ ਕਹਿਣ ਆਏ ਆ ਵੀ ਉਹਨਾਂ ਨੂੰ ਇਸ ਜਿਹੜਾ ਇਹ ਟਰਸਟ ਆ, ਸੁਸਾਇਟੀ ਆ ਉਹਨਾਂ ਦੀ, ਤੇ ਉਹਨੂੰ ਇਹਨਾਂ 'ਚੋਂ ਬਾਹਰ ਕਰੋ ਕਿਉਂਕਿ ਇਹ ਬੰਦਾ ਜਿਹੜਾ ਆ ਉਹ ਕਿਸਾਨ ਵਿਰੋਧੀ ਆ, ਪੰਜਾਬ ਵਿਰੋਧੀ ਆ, ਉੱਥੇ ਪੰਥ ਵਿਰੋਧੀ ਵੀ ਆ। ਕੀ ਲੱਗਦਾ ਤੁਹਾਨੂੰ ਰਜਿੰਦਰ ਮੋਹਨ ਛੀਨਾ ਖੁਦ ਹੀ ਇੱਕ ਕਿਸਾਨ ਨੇ ਪਰ ਬੀਜੇਪੀ ਆਗੂਆਂ ਦੇ ਨਾਲ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਨੇ ਵੀ ਇਹ 3 ਖੇਤੀ ਆਰਡੀਨੈਂਸ ਜਿਹੜੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਦੇਖੋ ਜਿਹੜੀ ਇਹ ਗੱਲ ਹੈ ਨਾ ਵੀ ਉਹ ਖੁਦ ਕਿਸਾਨ ਨੇ ਤੇ ਜੇ ਉਹ ਇੰਨੇ ਹੀ ਸਮਝਦਾਰ ਕਿਸਾਨ ਸੀਗੇ ਤੇ ਫਿਰ ਉਹ ਬਾਕੀਆਂ ਨੂੰ ਕਿਉਂ ਨਹੀਂ ਸਮਝਾ ਪਾਏ। ਇਹ ਕਿਤੇ ਅੱਜ ਦੀ ਗੱਲ ਨਹੀਂ, ਅੱਜ 3 ਮਹੀਨੇ ਦੇ ਕਰੀਬ ਹੋ ਚੱਲਾ ਸੰਘਰਸ਼ ਚੱਲਦਿਆਂ ਨੂੰ ਤੇ ਇਹ ਕੋਈ ਜ਼ਿਆਦਾ ਸਮਝਦਾਰ ਲੋਕ ਨਹੀਂ ਹਨ ਤੇ ਬਾਕੀ ਜੇ ਇਹ ਸਮਝਣ ਸਾਰੇ ਬਾਕੀ ਬੇਵਕੂਫ ਆ ਤੇ ਅਸੀਂ ਸਮਝਦਾਰ ਆ। ਇਹ ਜਿਹੜੀ ਬੀਜੇਪੀ ਦੀ ਨੀਤੀ ਆ ਇਹ ਉਹਨੂੰ ਹੀ ਪ੍ਰਮੋਟ ਕਰਨ 'ਚ ਲੱਗੇ ਹੋਏ ਆ। ਇਹਨਾਂ ਨੂੰ ਹੋਰ ਕਿਸੇ ਦੇ ਨਾਲ ਕੋਈ ਮਤਲਬ ਨਹੀਂ, ਨਾ ਕਿਸਾਨਾਂ ਦੇ ਨਾਲ ਮਤਲਬ ਆ, ਨਾ ਪੰਜਾਬ ਦੇ ਹਿੱਤਾਂ ਦੇ ਨਾਲ ਮਤਲਬ ਆ ਇਹਨਾਂ ਨੂੰ ਕੋਈ ਵੀ। ਕੀ ਲੱਗਦਾ ਤੁਹਾਨੂੰ ਕਿਸਾਨ ਲੰਬੇ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਨੇ ਪਰ ਕਿਤਨਾ ਕੇਂਦਰ ਸਰਕਾਰ ਜਿਹੜੀ ਟਸ ਤੋਂ ਮਸ ਨਹੀਂ ਹੋ ਰਹੀ, ਕਿਵੇਂ ਵੇਖਦੇ ਹੋ? ਨਹੀਂ ਦੇਖੋ ਉਹਨੂੰ ਇਹ ਬਿਲਕੁਲ ਅੱਜ ਉਹ ਬਹੁਤ ਫਿਰ ਇੱਕ ਵਾਰ ਉਹਨਾਂ ਨੇ ਜਿਹੜੀ ਸੈਂਟਰ ਸਰਕਾਰ ਆ ਉਹਨੇ ਮਤਲਬ ਉਹ ਅੜ ਗਈ ਆ। ਇੱਕ ਸਮਝ ਇਹਨੂੰ ਹੀ ਸ਼ਬਦ ਕਹਿਣਾ ਵੀ ਅੜ ਜਾਣਾ, ਉਹ ਅੜ ਗਈ ਆ, ਉਹ ਗੱਲ ਨਹੀਂ ਕਰਨਾ ਚਾਹੁੰਦੀ। ਗੱਲ ਕੀ ਆ ਵੀ ਰੱਦ ਕਰਨ ਉਹ ਕਾਨੂੰਨਾਂ ਨੂੰ, ਜਦ ਮਤਲਬ ਜਿਨ੍ਹਾਂ ਦੇ ਹਿੱਤ 'ਚ ਆ ਇਹ ਕਹਿੰਦੇ ਆ ਵੀ ਇਹ ਕਿਸਾਨਾਂ ਦੇ ਹਿੱਤ 'ਚ, ਜਦ ਉਹ ਹੀ ਨਹੀਂ ਉਹ ਗੱਲ ਨੂੰ ਸਮਝਦੇ ਕਿਉਂਕਿ ਉਹਨਾਂ ਨੂੰ ਸਮਝ ਆ ਇਸ ਗੱਲ ਦੀ ਤੇ ਇਹਨਾਂ ਨੂੰ ਜਿਹੜੇ ਰੱਦ ਕਰਨੇ ਚਾਹੀਦੇ ਆ ਕਾਨੂੰਨ ਤੁਰੰਤ ਇਹਨਾਂ ਨੂੰ। ਸਾਡੇ ਨਾਲ ਕਿਸਾਨ ਆਗੂ ਮਹਿਤਾਬ ਸਿੰਘ ਸਿਰਸਾ ਸਾਹਿਬ, ਕਿਸ ਮੁੱਦੇ ਨੂੰ ਲੈ ਕੇ ਅੱਜ ਰਜਿੰਦਰ ਮੋਹਨ ਛੀਨਾ ਦਾ ਵਿਰੋਧ ਕੀਤਾ ਜਾ ਰਿਹਾ?
ਦੇਖੋ ਇਹ ਖਾਲਸਾ ਕਾਲਜ ਜਿਹੜੀ ਆ ਉਹ ਬੜੀ ਵਧੀਆ ਜਿਹੜੀ ਹੈ, ਇੰਨੀ ਵੱਡੀ ਸਿੱਖ ਸੰਸਥਾ ਵਾ। ਇਹਦੇ ਵਿੱਚ ਰਜਿੰਦਰ ਮੋਹਨ ਛੀਨਾ ਜਾਂ ਇਹੋ ਜਿਹੇ ਹੋਰ ਬੀਜੇਪੀ ਦੇ ਜਾਂ ਆਰਐਸਐਸ ਦੇ ਨਿਕਰਾਂ ਵਾਲੇ ਬੰਦੇ ਸਾਨੂੰ ਮਨਜ਼ੂਰ ਨਹੀਂ ਹੈਗੇ। ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਔਰ ਜੇ ਇਹ ਨਹੀਂ ਕੱਢਣਗੇ 2-4 ਦਿਨਾਂ ਦੇ ਵਿੱਚ, ਅਸੀਂ ਇਹਨਾਂ ਨੂੰ 2-3 ਦਿਨਾਂ ਦਾ ਹੀ ਟਾਈਮ ਦੇਣਾ। ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਜਿਹੜੀਆਂ ਵਾ ਅਗਲਾ ਪ੍ਰੋਗਰਾਮ ਉਲੀਕਣਗੀਆਂ। ਜੇ ਇਹ ਨਹੀਂ ਕੱਢਦੇ ਤੇ ਫਿਰ ਅਸੀਂ ਇਹਨਾਂ ਦਾ ਸਾਰਿਆਂ ਦਾ ਵਿਰੋਧ ਕਰਾਂਗੇ, ਇਹਨਾਂ ਦੇ ਘਰਾਂ ਦੇ ਔਰ ਜਿਹੜਾ ਦਫ਼ਤਰਾਂ ਦੇ ਬਾਹਰ ਜਿਹੜਾ ਵਾ ਉਹ ਪੂਰੇ ਲਗਾਤਾਰ ਧਰਨੇ ਦੇਵਾਂਗੇ। ਕੀ ਲੱਗਦਾ ਤੁਹਾਨੂੰ ਪ੍ਰਧਾਨ ਵੀ ਕਿਤੇ ਨਾ ਕਿਤੇ ਬੀਜੇਪੀ ਦੇ ਨਾਲ ਸਮਰਥਨ ਹੋਣਗੇ ਜਿਹੜਾ ਰਜਿੰਦਰ ਮੋਹਨ ਛੀਨਾ ਨੂੰ ਨਹੀਂ ਕੱਢ ਰਹੇ? ਦੇਖੋ ਇਹ ਜਿਹੜਾ ਵਾ ਉਹ ਬਾਦਲ ਨੇ ਜੋ ਕੁਝ ਕੀਤਾ ਨਾ ਆਪਣੀਆਂ ਸੰਸਥਾਵਾਂ ਦਾ ਹਾਲ, ਚਾਹੇ ਉਹ ਸ਼੍ਰੋਮਣੀ ਕਮੇਟੀ ਹੈ, ਚਾਹੇ ਉਹ ਦਿੱਲੀ ਕਮੇਟੀ ਹੈ, ਚਾਹੇ ਉਹ ਖਾਲਸਾ ਕਾਲਜ ਹੈ, ਚਾਹੇ ਚੀਫ ਖਾਲਸਾ ਦੀਵਾਨ ਹੈ, ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਵਾ, ਜਿੰਨਾ ਜਿਹੜਾ ਵਾ ਉਹ ਨੁਕਸਾਨ ਬਾਦਲ ਨੇ ਕੀਤਾ ਉਹਦੇ ਹੁੰਦਿਆਂ ਜਿਹੜਾ ਵਾ ਆਰਐਸਐਸ ਦੇ ਬੰਦੇ, ਕਿਉਂਕਿ ਆਰਐਸਐਸ ਦਾ ਤੇ ਜਿਹੜਾ ਵਾ ਉਹ ਬਾਦਲ ਵੀ ਹੈਗਾ ਏਜੰਟ, ਇਸ ਕਰਕੇ ਸਾਰੇ ਉਹਨੇ ਆਪਣੇ ਹੀ ਬੰਦੇ ਫਿੱਟ ਕੀਤੇ ਆ ਜਿਹੜੇ ਹੁਣ ਉਹਨਾਂ ਨੂੰ ਥੋੜਾ ਜਿਹਾ ਮੁਸ਼ਕਿਲ ਤੇ ਆਊਗੀ ਕੱਢਦੇ ਆ, ਪਰ ਕੱਢਨੇ ਆ ਆਪਾਂ ਸਾਰੇ। ਸੀਸਾ ਸਾਹਿਬ, ਜਿਵੇਂ ਬੀਜੇਪੀ ਦਾ ਤੇ ਅਕਾਲੀ ਦਲ ਦਾ ਜਿਹੜਾ ਰਿਸ਼ਤਾ ਸੀ ਉਹ ਟੁੱਟ ਗਿਆ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਅੰਦਰੋਂ ਜੁੜਿਆ ਹੋ ਸਕਦਾ? ਦੇਖੋ ਜੇ ਜੁੜਿਆ ਨਾ ਹੋਵੇ ਤੇ ਫਿਰ ਇਹ ਕਿਵੇਂ ਅੰਦਰ ਜੁੜੇ ਬੈਠੇ ਆ? ਜਿਹੜਾ ਪ੍ਰਧਾਨ ਆ ਉਹ ਅਕਾਲੀ ਦਲ ਦਾ ਜਿਹੜਾ ਵਾ ਉਹ ਬਾਦਲ ਦਾ ਕੁੜਮ ਆ, ਤੇ ਜਿਹੜਾ ਇਹ ਸੈਕਟਰੀ ਆ ਇਹ ਹੈਗਾ ਬੀਜੇਪੀ ਦਾ ਤੇ ਆਰਐਸਐਸ ਦਾ ਬੰਦਾ। ਜੇ ਇਹਨਾਂ ਦਾ ਕਨੈਕਸ਼ਨ ਟੁੱਟ ਗਿਆ ਸੀ, ਜੇ ਇਹਨਾਂ ਦਾ 9 ਮਾਸ ਦਾ ਰਿਸ਼ਤਾ ਜਿਹੜਾ ਟੁੱਟ ਗਿਆ, ਜੇ ਪਤੀ ਪਤਨੀ ਵਾਲਾ ਤਲਾਕ ਹੋ ਗਿਆ ਤੇ ਫਿਰ ਇਹ ਫਾਈਨਲ ਕਿਉਂ ਨਹੀਂ ਹੋ ਰਿਹਾ? ਕਿਉਂ ਤਰੀਕਾਂ ਵਾਰ-ਵਾਰ ਪਾ ਰਹੇ ਆ? ਇਸ ਕਰਕੇ ਸਭ ਤੋਂ ਪਹਿਲਾਂ ਇਹਨੂੰ ਪ੍ਰਧਾਨ ਸਾਹਿਬ ਨੂੰ ਬੇਨਤੀ ਆ ਵੀ ਜੇ ਤੇ ਉਹਨਾਂ ਨੂੰ ਕੱਢ ਦੇਣਗੇ ਠੀਕ ਹੈ, ਨਹੀਂ ਤੇ ਫਿਰ ਅਸੀਂ ਸਿੱਧੇ ਪ੍ਰਧਾਨ ਸਾਹਿਬ ਦੇ ਹੀ ਖਿਲਾਫ ਹੋਵਾਂਗੇ। ਰਜਿੰਦਰ ਮੋਹਨ ਛੀਨਾ ਖੁਦ ਵੀ ਇੱਕ ਕਿਸਾਨ ਨੇ, ਪਰ ਉਹ ਫਿਰ ਵੀ ਕਿਸਾਨਾਂ ਦੀ ਗੱਲ ਨਹੀਂ ਕਰ ਰਹੇ, ਉਹ ਬੀਜੇਪੀ ਦੀ ਗੱਲ ਕਰ ਰਹੇ ਆ। ਕਿਵੇਂ ਵੇਖਦੇ ਹੋ ਤੁਸੀਂ? ਕਿਸਾਨ ਤੇ ਉਹ ਇਹੋ ਜਿਹਾ ਵਾ ਕਿ ਮਾਨਾਂ ਵਾਲੇ ਪਿੰਡ ਦੇ ਵਿੱਚ ਖੇਤੀਬਾੜੀ ਵਿਭਾਗ ਦੀ ਜਿਹੜੀ ਉਹ ਜ਼ਮੀਨ ਆ ਉਹ ਇਹਨੇ ਆਪਣੀ ਪਤਨੀ ਤੇਜਿੰਦਰ ਕੌਰ ਦੇ ਨਾਮ ਤੇ ਜਾਲੀ ਰਜਿਸਟਰੀਆਂ ਕਰਵਾਈਆਂ ਹੋਈਆਂ ਵਾ, ਉਹ ਵੀ ਅਸੀਂ ਕੇਸ ਕੀਤਾ ਹੋਇਆ, ਉਹ ਕੇਸ ਚੱਲ ਰਿਹਾ ਵਾ। ਜੇ ਕਿਸਾਨ ਹੋਵੇ ਤੇ ਇਹ ਸਰਕਾਰੀ ਜ਼ਮੀਨਾਂ ਜਾਂ ਸੰਸਥਾਵਾਂ ਦੀਆਂ ਜ਼ਮੀਨਾਂ ਲੁੱਟ ਰਿਹਾ ਵਾ, ਇਹ ਕਿਸਾਨ ਨਹੀਂਗਾ, ਇਹ ਲੁਟੇਰਾ ਵਾ ਬੀਜੇਪੀ ਦਾ। ਕੁਝ ਹੋਰ ਵੀ ਸਿੱਖ ਜਥੇਬੰਦੀਆਂ ਦੇ ਆਗੂ ਨੇ ਗੱਲਬਾਤ ਕਰਾਂਗੇ। ਅੱਜ ਜੋ ਤੁਸੀਂ ਰਜਿੰਦਰ ਮੋਹਨ ਛੀਨਾ ਜਾਂ ਲਾਲ ਸਿੰਘ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜਾ ਇਹ ਪ੍ਰਦਰਸ਼ਨ ਹੈ ਇਹ ਪੰਥ ਦੀ ਆਵਾਜ਼ ਹੈ, ਇਹ ਕਿਸਾਨਾਂ ਦੀ ਆਵਾਜ਼ ਹੈ, ਇਹ ਮਜ਼ਦੂਰਾਂ ਦੀ ਆਵਾਜ਼ ਹੈ। ਜਿਹੜੀ ਪਾਰਟੀ ਇਸ ਮੁਲਕ ਦੇ ਅੰਦਰ ਮਜ਼ਦੂਰਾਂ ਨੂੰ, ਕਿਸਾਨਾਂ ਨੂੰ, ਪੰਜਾਬ ਵਾਸੀਆਂ ਨੂੰ ਘਸਿਆਰੇ ਬਣਾਉਣਾ ਚਾਹੁੰਦੀ ਹੈ, ਬੰਦੂਆ ਮਜ਼ਦੂਰ ਬਣਾਉਣਾ ਚਾਹੁੰਦੀ ਹੈ, ਅਸੀਂ ਉਸ ਪਾਰਟੀ ਦੇ ਖਿਲਾਫ ਅੱਜ ਇਕੱਤਰਤ ਹੋਏ ਹਾਂ। ਜਿਹੜੀ ਪਾਰਟੀ ਨੇ ਮੁਲਕ ਦੇ ਅੰਦਰ ਦਹਿਸ਼ਤ ਪਾਈ ਹੋਈ ਹੈ, ਹਿੰਦੂਤਵ ਦੇ ਨਾਂ ਦੇ ਉੱਤੇ ਕਦੇ ਕਸ਼ਮੀਰ ਵਾਲਿਆਂ ਨੂੰ ਦਬਾ ਲਿਆ ਜਾ ਕੇ, ਕਿਤੇ ਨਾਗਾਲੈਂਡ ਵਾਲਿਆਂ ਨੂੰ ਦਬਾ ਲਿਆ ਜਾ ਕੇ, ਕਿਤੇ ਝਾਰਖੰਡ ਵਾਲੇ ਦਬਾ ਲਏ, ਕਿਤੇ ਬਿਹਾਰ ਵਾਲਿਆਂ ਨੂੰ ਦਬਾ ਲਿਆ, ਮਤਲਬ ਸਾਰੇ ਪਾਸੇ ਇਹੀ, ਮਤਲਬ ਅਸੀਂ ਸਿੱਖ ਕੌਮ ਆ, ਪੰਜਾਬੀ ਆ, ਅਸੀਂ ਇਹ ਸਾਜ਼ਿਸ਼ਾਂ ਨਹੀਂ ਹੋਣ ਦੇਵਾਂਗੇ। ਜੇ ਸਾਡੇ ਹੀ ਅਦਾਰਿਆਂ ਦੇ ਵਿੱਚ ਇਹੋ ਜੀ ਪਾਰਟੀ ਦੇ ਬੰਦੇ ਬੈਠੇ ਆ, ਸਾਡੇ ਲਈ ਇਸ ਤੋਂ ਵੱਧ ਸ਼ਰਮ ਦੀ ਗੱਲ ਕੋਈ ਵੀ ਨਹੀਂ। ਅਸੀਂ ਇਹਨਾਂ ਨੂੰ ਚਾਹੁੰਦੇ ਆ ਕਿ ਜਿਹੜੇ ਖਾਲਸਾ ਕਾਲਜ ਦੇ ਵਿੱਚ ਰਜਿੰਦਰ ਮੋਹਨ ਛੀਨਾ ਨੇ, ਜਿਹੜੇ ਬੀਜੇਪੀ ਆਰਐਸਐਸ ਦੇ ਨਾਲ ਸਿੱਧੇ ਸੰਬੰਧਿਤ ਬੰਦੇ ਨੇ, ਉਹਨਾਂ ਨੂੰ ਫੌਰੀ ਤੌਰ ਤੇ ਬਾਹਰ ਕੱਢਿਆ ਜਾਵੇ, ਨਹੀਂ ਤਾਂ ਜਿਹੜਾ ਸਾਡਾ ਪੰਥ ਦਾ ਜਿਹੜਾ ਸੰਘਰਸ਼ ਹੈ ਉਹ ਹੋਰ ਵੱਡਾ ਹੋਵੇਗਾ। ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਇੱਕ ਗੁਰਦੁਆਰਾ ਵਿੱਚ ਦਰਸ਼ਨ ਦੀਦਾਰ ਕਰਨ ਵਾਸਤੇ ਗਏ ਸੀ। ਸਿੱਖ ਜਥੇਬੰਦੀਆਂ ਵੱਲੋਂ ਉੱਥੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਕਿਵੇਂ ਵੇਖਦੇ ਹੋ? ਉਹ ਵੀ ਇੱਕ ਸਿੰਘ ਸਭਾ ਸੀ। ਦੇਖੋ ਜੀ, ਪ੍ਰਧਾਨ ਮੰਤਰੀ ਦਾ ਮੈਂ ਉਸੇ ਤਰੀਕੇ ਨਾਲ ਦੇਖਦਾ ਜਿਵੇਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇੰਦਰਾ ਗਾਂਧੀ ਦਾ ਦਰਬਾਰ ਸਾਹਿਬ ਦੇ ਵਿੱਚ ਆਣਾ। ਦੇਖੋ ਜੀ, ਇਹ ਕੀ ਹੁੰਦਾ ਜਦੋਂ ਇੱਕ ਮੂਵਮੈਂਟ ਬਣੀ ਹੋਈ ਹੈ ਕਿਸਾਨਾਂ ਦੀ, ਸਿੱਖਾਂ ਦੀ, ਪੰਜਾਬੀਆਂ ਦੀ, ਤੇ ਪ੍ਰਧਾਨ ਮੰਤਰੀ ਬਾਰ-ਬਾਰ ਕਿਤੇ ਕਿਸਾਨ ਦੇ ਘਰੇ ਜਾ ਕੇ ਰੋਟੀ ਖਾ ਰਿਹਾ। ਉਹ ਇਹ ਥੋੜੀ ਹੈ ਕਿ ਕਿਸਾਨਾਂ ਦਾ ਹਮਦਰਦ ਹੈ, ਉਹ ਇੱਕ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸੱਚਾ ਹਮਦਰਦ ਹਾਂ, ਪਰ ਹੈ ਉਹ ਝੂਠਾ। ਇਸੇ ਤਰੀਕੇ ਨਾਲ ਉਹ ਜੇ ਗੁਰਦੁਆਰਾ ਬੰਗਲਾ ਸਾਹਿਬ ਗਿਆ, ਉਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸਿੱਖਾਂ ਦਾ ਹਮਦਰਦ ਹਾਂ, ਕਿ ਗੁਰੂ ਨੂੰ ਮੰਨਣ ਵਾਲਾ, ਜਦੋਂ ਕਿ ਇਹ ਗੱਲ ਝੂਠੀ ਹੈ। ਇਸ ਕਰਕੇ ਜੇ ਕਿਸੇ ਗੁਰਦੁਆਰਾ ਰਕਾਬਗੰਜ ਜਾਂਦਾ ਗੁਰਦੁਆਰਾ ਸਾਹਿਬ ਜੇ ਮੱਥਾ ਟੇਕਣ, ਤੇ ਉਹ ਸਾਰੀ ਮਤਲਬ ਇੱਕ ਡਰਾਮੇਬਾਜ਼ੀ ਹੋ ਰਹੀ ਹੈ। ਇਸ ਤੋਂ ਇਲਾਵਾ ਅਸੀਂ ਉਹਨੂੰ ਹੋਰ ਕੁਝ ਨਹੀਂ ਦੇਖ ਰਹੇ, ਤੇ ਸਾਰੀ ਸਮੁੱਚੀ ਕੌਮ ਹੈ, ਕਿਸਾਨ ਨੇ, ਉਹ ਵੀ ਇਸੇ ਤਰੀਕੇ ਨਾਲ ਦੇਖ ਰਹੇ ਨੇ ਨਰਿੰਦਰ ਮੋਦੀ ਨੂੰ। ਲਗਾਤਾਰ ਕਿਸਾਨ ਦਿੱਲੀ ਦੇ ਅੰਦੋਲਨ ਦੇ ਵਿੱਚ ਮ੍ਰਿਤਕ ਹੋ ਰਹੇ ਨੇ, ਕਈ ਜਿਹੜੇ ਐਕਸੀਡੈਂਟ ਦੇ ਵਿੱਚ ਮਰ ਗਏ ਜਾਂ ਠੰਡ ਦਾ ਕਰਕੇ ਵੀ ਮਰ ਗਏ ਆ। ਕਿਹਨੂੰ ਦੋਸ਼ੀ ਮੰਨਦੇ ਹੋ ਤੁਸੀਂ? ਦੇਖੋ ਜੀ, ਇਹਦੇ ਪਿੱਛੇ ਜਦੋਂ ਵੀ ਕਿਤੇ ਮੁਲਕ ਦੇ ਅੰਦਰ, ਜਦੋਂ ਮੁਲਕ ਦਾ ਪ੍ਰਧਾਨ ਮੰਤਰੀ ਹੈ ਜਾਂ ਕੋਈ ਵੀ ਮੰਤਰੀ ਹੈ, ਉਹਦੇ ਦੀ ਸਹੁੰ ਚੁੱਕਦਾ, ਉਹ ਇਸ ਗੱਲ ਦੀ ਸਹੁੰ ਚੁੱਕਦਾ ਕਿ ਮੁਲਕ ਦੇ ਅੰਦਰ ਰਹਿਣ ਵਾਲੇ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਮੈਂ ਰਾਖੀ ਕਰਾਂਗਾ, ਤੇ ਉਹਦਾ ਮੈਂ ਜ਼ਿੰਮੇਵਾਰ ਹਾਂ। ਇਸੇ ਲਈ ਤੇ ਜ਼ਿੰਮੇਵਾਰ ਹੁਣ ਪ੍ਰਧਾਨ ਮੰਤਰੀ ਮੋਦੀ ਹੋਇਆ ਨਾ, ਬੀਜੇਪੀ ਗਵਰਨਮੈਂਟ ਹੋਈ ਹੈ, ਬੀਜੇਪੀ ਸਰਕਾਰ ਹੈ। ਜਿੰਨੀ ਵੀ ਮੌਤਾਂ ਹੋ ਰਹੀਆਂ ਨੇ, ਇਹ ਸਾਰੀਆਂ ਮਤਲਬ ਤਹਿਤ ਇਹਨਾਂ ਲੋਕਾਂ ਦੇ ਉੱਤੇ, ਮੰਤਰੀਆਂ ਤੇ, ਭਾਜਪਾ ਤੇ ਕੇਸ ਦਰਜ ਹੋਣੇ ਚਾਹੀਦੇ ਨੇ, ਕਿਉਂਕਿ ਹੋ ਹੀ ਨਾ ਕਰਕੇ ਰਿਹਾ। ਜਦੋਂ ਕੋਈ ਵੀ ਬੰਦਾ ਸੁਸਾਈਡ ਕਰਦਾ, ਉੱਥੇ 2 ਬੰਦੇ ਸੁਸਾਈਡ ਕਰਕੇ ਮਰ ਗਏ ਨੇ, ਪਰ ਅਸੀਂ ਉਹਦੇ ਨਾਲ ਮਤਲਬ ਸਹਿਮਤ ਨਹੀਂ ਕਿ ਸੁਸਾਈਡ ਕਿਸੇ ਨੂੰ ਵੀ ਕਰਨਾ ਚਾਹੀਦਾ। ਅਸੀਂ ਤਾਂ ਕਹਿੰਦੇ ਆ ਵੀ ਜੂਝ ਕੇ ਸ਼ਹੀਦੀ ਪਾਉਣੀ ਚਾਹੀਦੀ ਹੈ, ਪਰ
ਫਿਰ ਵੀ ਜੇ ਭਾਰਤੀ ਕਾਨੂੰਨ ਕਹਿ ਰਿਹਾ ਇਸ ਗੱਲ ਦੀ ਕਿ ਜਿਹੜਾ ਵੀ ਸੁਸਾਈਡ ਕਰਦਾ ਬੰਦਾ ਤੇ ਜਿਹਦਾ ਨਾਂ ਲਿਖਦਾ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ, ਉਹਨਾਂ ਨੇ ਸਪਸ਼ਟ ਲਿਖਿਆ ਕਿ ਮੈਂ ਬੀਜੇਪੀ ਕਾਰਨ ਸੁਸਾਈਡ ਕਰ ਰਿਹਾ, ਮੋਦੀ ਕਾਰਨ ਸੁਸਾਈਡ ਕਰ ਰਹੇ ਬੰਦੇ, ਇਹਨਾਂ ਦੇ ਉੱਤੇ 302 ਦੇ ਤਹਿਤ ਕੇਸ ਦਰਜ ਹੋਣੇ ਚਾਹੀਦੇ ਨੇ। ਮੋਦੀ ਦੇ ਰਵੱਈਏ ਨੂੰ ਕਿਵੇਂ ਵੇਖਦੇ ਹੋ? ਲਗਾਤਾਰ ਕਿਸਾਨਾਂ ਦੇ ਨਾਲ ਮੀਟਿੰਗਾਂ ਵੀ ਚੱਲਦੀਆਂ ਨੇ, ਪਰ ਹੁਣ ਕਹਿੰਦੇ ਆ ਵੀ ਜਿਹੜੇ ਕਿਸਾਨ ਨੇ ਸਾਡੇ ਸਟੈਂਡਰਡ ਦੇ ਅਸੀਂ ਮੀਟਿੰਗ ਨਹੀਂ ਕਰਨੀ ਦੁਬਾਰਾ। ਦੇਖੋ ਜੀ, ਸਟੈਂਡਰਡ ਤਾਂ ਇਹਨਾਂ ਦਾ ਇੱਥੋਂ ਪਤਾ ਲੱਗਦਾ ਕਿ ਇਹਨਾਂ ਦਾ ਇੱਕ ਮੰਤਰੀ ਕਹਿੰਦਾ ਵੀ ਇਹਦੇ ਪਿੱਛੇ ਚੀਨ ਦਾ ਹੱਥ ਹੈ। ਉਹ ਹੱਦ ਹੋ ਗਈ ਹੈ ਯਾਰ, ਮਤਲਬ ਇੰਨਾ ਲੈਵਲ ਤੁਹਾਡਾ ਮਤਲਬ ਐਜੂਕੇਸ਼ਨ ਦਾ ਥੱਲੇ ਹੈ। ਸਾਡੇ ਤੁਸੀਂ ਪੰਜਾਬ ਦੇ ਇੱਕ ਨੌਜਵਾਨ ਇੰਗਲਿਸ਼ ਨਾਲ ਗੱਲ ਕਰਕੇ ਦੇਖ ਲਓ, ਤੁਹਾਨੂੰ ਉਹੀ ਮਤਲਬ ਮਾਣ ਨਹੀਂ ਹੋਊਗਾ। ਸੋ ਲੈਵਲ ਤੇ ਭਾਰਤ ਮਤਲਬ ਇਹਨਾਂ ਦਾ ਇਹ ਹੈ ਕਿ ਜਦੋਂ ਕਿਤੇ ਕਿਸੇ ਨੂੰ ਬਿਮਾਰੀ ਹੁੰਦੀ ਹੈ ਕਹਿੰਦੇ ਕਿਸੇ ਦਾ ਮੂਤ ਪੀ ਲਓ, ਕਦੀ ਕਹਿੰਦੇ ਕੁਛ ਕਰ ਲਓ, ਵੀ ਤੁਸੀਂ ਦਵਾਈਆਂ ਦਿਓ, ਮੈਡੀਕਲ ਪ੍ਰਬੰਧ ਕਰੋ, ਇਲਾਜ ਕਰਾਓ, ਟੈਸਟ ਕਰਾਓ। ਜਿਹੜੀ ਦੁਨੀਆ ਮਤਲਬ ਇਸ ਗੱਲ ਨੂੰ ਮੰਨਦੀ ਹੈ, ਤੁਸੀਂ ਮਤਲਬ ਪਤਾ ਨਹੀਂ ਕਿਹੜੀ ਕਿਹੜੀ ਐਗਜ਼ਾਮਪਲਾਂ ਦੇ ਰਹੇ ਹੋ। ਪਿੱਛੇ ਜੀ ਹੁਣ ਕਰੋਨਾ ਦੀ ਗੱਲ ਚੱਲੀ ਸੀਗੀ ਕਿ ਬਿਹਾਰ ਦੇ ਲੋਕਾਂ ਨੂੰ ਇੱਕ ਲੋਲੀਪੌਪ ਦਿੱਤਾ ਗਿਆ ਕਿ ਤੁਹਾਨੂੰ ਜਿਹੜੀ ਵੈਕਸੀਨ ਹੈ ਫ੍ਰੀ 'ਚ ਦੇ ਦਿਆਂਗੇ। ਉਹ ਕਦੋਂ ਦਿੱਤੀ ਗਈ ਵੈਕਸੀਨ? ਹਜੇ ਤੱਕ ਨਹੀਂ ਦਿੱਤੀ ਗਈ। ਇਹ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਸਰਕਾਰ ਹੈ। ਇਹਨਾਂ ਕੋਲੇ ਜਦੋਂ ਬਿਹਾਰੀ ਮਜ਼ਦੂਰ ਜਾ ਰਹੇ ਸੀ, ਪੰਜਾਬੀਆਂ ਨੇ ਗੁਰਦੁਆਰਿਆਂ ਦੇ ਜਿਹੜੇ ਲੰਗਰ ਨੇ ਲਾਏ ਨੇ, ਸਿੱਖਾਂ ਨੇ ਲਾਏ ਨੇ ਇਹਨਾਂ ਦੇ ਲਈ, ਕਿਉਂਕਿ ਮਨੁੱਖਤਾ ਦੇ ਅਸੀਂ ਭਲਾ ਚਾਹੁੰਦੇ ਆ। ਮੈਨੂੰ ਕੇਂਦਰ ਸਰਕਾਰ ਦੱਸੇ ਉਹਨਾਂ ਦੇ ਇੱਕ ਵੀ ਨੁਮਾਇੰਦੇ ਨੇ ਆ ਕੇ ਇੱਕ ਵੀ ਬਿਹਾਰੀ ਮਜ਼ਦੂਰ ਨੂੰ ਪੁੱਛਿਆ ਕਦੇ ਆ ਕੇ ਕਿ ਤੈਨੂੰ ਕੀ ਤਕਲੀਫ ਹੋਈ? ਉਹਨਾਂ ਦੇ ਜਿਹੜੇ ਬੱਚੇ ਨੇ ਰੋਡਾਂ ਤੇ ਉਹ ਜੰਮਣ ਲਈ ਮਜਬੂਰ ਸੀਗੀਆਂ ਲੇਡੀ। ਬੀਜੇਪੀ ਆਗੂ ਦਾ ਕਹਿਣਾ ਹੈ ਕਿ ਜੋ ਪ੍ਰਦਰਸ਼ਨ ਦੇ ਵਿੱਚ ਬੈਠੇ ਨੇ ਖਾਲਿਸਤਾਨੀ ਨੇ, ਖਾਲਿਸਤਾਨੀ ਰੂਪ ਦਿੱਤਾ ਜਾ ਰਿਹਾ ਪ੍ਰਦਰਸ਼ਨ ਨੂੰ। ਦੇਖੋ ਜੀ, ਇਹ ਤੇ ਇੱਕ ਆਰੋਪ ਲਾਉਣ ਵਾਲੀ ਗੱਲ ਹੈ। ਜਦੋਂ ਕੋਈ ਵੀ ਜਿਹੜਾ ਧਰਨਾ ਹੁੰਦਾ ਵਾ, ਕੋਈ ਵਿਰੋਧ ਪ੍ਰਦਰਸ਼ਨ ਹੁੰਦਾ ਵਾ, ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿ ਮੰਨ ਲਓ ਉਹਦੇ ਵਿੱਚ ਜੇ ਕੋਈ ਕੁਝ ਖਾਲਿਸਤਾਨੀ ਬੰਦੇ ਉੱਥੇ ਜਾ ਕੇ ਪ੍ਰਦਰਸ਼ਨ ਕਰਨ ਵੀ ਚਲ ਗਏ, ਕਿਸਾਨਾਂ ਦੇ ਹੱਕ ਵੀ ਗੱਲ ਕਰਨ ਚਲ ਗਏ, ਫਿਰ ਉਹ ਤੇ ਮਤਲਬ ਬੀਜੇਪੀ ਨਾਲੋਂ ਤਾਂ ਚੰਗੇ ਹੋਏ ਨਾ। ਖਾਲਿਸਤਾਨੀ 'ਚ ਗਏ ਵੀ ਨੇ ਕੁਛ ਤੇ ਬੀਜੇਪੀ ਨਾਲੋਂ ਤੇ ਉੱਥੇ ਲੱਖ ਗੁਣਾ ਚੰਗੇ ਹੋਏ। ਸੋ ਇਹ ਸਾਰਾ ਕੁਝ ਜਿਹੜਾ ਪੜਪੰਚ ਰਚਿਆ ਜਾ ਰਿਹਾ ਮੋਦੀ ਸਰਕਾਰ ਵੱਲੋਂ, ਇਹ ਕਿਸਾਨੀ ਸੰਘਰਸ਼ ਹੈ, ਉਹਨੂੰ ਬਦਨਾਮ ਕਰਨਾ ਚਾਹੁੰਦੇ ਨੇ। ਪੰਜਾਬ ਦੇ ਉੱਤੇ ਆਏ ਦਿਨ ਜਿੱਦਾਂ ਪਹਿਲਾਂ ਕਾਨੂੰਨ ਮੜੇ ਗਏ ਨੇ, ਭਾਵੇਂ ਉਹ ਬਿਜਲੀ ਵਿਭਾਗ ਦਾ ਕਾਨੂੰਨ ਹੈ ਉਹ ਮੜਿਆ ਗਿਆ ਤੇ ਉਹ ਸਾਡੇ ਤੋਂ ਵਿਭਾਗ ਖੋਇਆ ਗਿਆ ਜਾਂ ਹੋਰ ਨੇ, ਇਹ ਉਸੇ ਲੜੀ ਤਹਿਤ ਜਿਹੜੀ ਮੋਦੀ ਸਰਕਾਰ ਹੈ ਕੰਮ ਕਰ ਰਹੀ ਹੈ। ਸੋ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਸਿੱਖ ਜਥੇਬੰਦੀਆਂ ਦੇ ਵੱਲੋਂ ਖਾਲਸਾ ਕਾਲਜ ਦੇ ਬਾਹਰ ਰਜਿੰਦਰ ਮੋਹਨ ਚੀਨਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਬੀਜੇਪੀ ਦਾ ਵਫਾਦਾਰ ਰਜਿੰਦਰ ਮੋਹਨ ਚੀਨਾ, ਕਿਸਾਨਾਂ ਦਾ ਗਰਦਾਰ, ਇਹਨਾਂ ਬੈਨਰਾਂ ਦੇ ਨਾਲ ਲਗਾਤਾਰ ਹੀ ਸਿੱਖ ਜਥੇਬੰਦੀਆਂ ਤੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਅੱਜ ਤੁਹਾਡੇ ਵੱਲੋਂ ਜੋ ਰਜਿੰਦਰ ਮੋਹਨ ਚੀਨੇ ਦਾ ਵਿਰੋਧ ਕੀਤਾ ਜਾ ਰਿਹਾ, ਕਿਸ ਮੁੱਦੇ ਨੂੰ ਲੈ ਕੇ ਚੀਨੇ ਦਾ ਵਿਰੋਧ ਕੀਤਾ ਜਾ ਰਿਹਾ? ਦੇਖੋ, ਇਹ ਕੁਝ ਐਸੇ ਚਿਹਰੇ ਆ ਜਿਹੜੇ ਆਰਐਸਐਸ ਦੀ ਆਈਡੀਓਲੋਜੀ ਨੂੰ ਜਿਹੜਾ ਹੈਗਾ ਆ ਉਹ ਫੋਲੋ ਕਰਦੇ ਆ। ਔਰ ਰਜਿੰਦਰ ਮੋਹਨ ਸਿੰਘ ਚੀਨਾ ਨੇ ਭਾਜਪਾ ਦੇ ਏਜੰਡੇ ਦੇ ਥੱਲੇ ਚੋਣ ਵੀ ਲੜੀ ਹੋਈ ਆ। ਔਰ ਇਹ ਜਿਹੜੀ ਹੈ ਖਾਲਸਾ ਕਾਲਜ ਸਿੱਖਾਂ ਦੀ ਇੱਕ ਬੜੀ ਸਤਿਕਾਰਯੋਗ ਜਿਹੜੀ ਸੰਸਥਾ ਹੈਗੀ ਆ, ਜਿੱਥੇ ਸਾਰਾ ਸਾਡਾ ਐਜੂਕੇਸ਼ਨ ਅਦਾਰਾ ਚੱਲਦਾ ਪਿਆ। ਇਹਦਾ ਉਹ ਮੁੱਖ ਅਹੁਦਿਆਂ ਦੇ ਵਿੱਚੋਂ ਇੱਕ ਅਹੁਦੇ ਦੇ ਉੱਤੇ ਰਜਿੰਦਰ ਸਿੰਘ ਚੀਨਾ ਬੈਠਾ ਹੋਇਆ ਤੇ ਅਸੀਂ ਇਸ ਚੀਜ਼ ਦੇ ਵਿਰੋਧ ਦੇ ਵਿੱਚ ਅੱਜ ਪ੍ਰੋਟੈਸਟ ਕਰਦੇ ਪਏ। ਕੀ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਸਰਕਾਰਾਂ ਦੀ ਵੀ ਸਿਆਸਤ ਆ? ਕਿਉਂਕਿ ਇੱਕ ਬੀਜੇਪੀ ਜੁੜਿਆ ਆਗੂ ਉਧਰੋਂ ਕਿਸਾਨ ਹੋਵੇ, ਅੱਜ ਵੀ ਜਿਹੜਾ ਇਹਦੇ ਵਿੱਚ ਇਨਵੋਲ ਆ ਕਮੇਟੀ ਦੇ ਵਿੱਚ। ਦੇਖੋ, ਬੀਜੇਪੀ ਆਰਐਸਐਸ ਦਾ ਹੀ ਇੱਕ ਸਿਆਸੀ ਵਿੰਗ ਆ ਔਰ ਆਰਐਸਐਸ ਦਾ ਸ਼ੁਰੂ ਤੋਂ ਹੀ ਇਹ ਇੱਕ ਏਜੰਡਾ ਹੈ, ਇੱਕ ਪਲਾਨਿੰਗ ਆ ਵੀ ਉਹ ਜਿਹੜੀਆਂ ਸਿੱਖ ਸੰਸਥਾਵਾਂ ਆ ਉਹਨਾਂ ਦੇ ਅੰਦਰ ਸਟੈਪ ਬਾਈ ਸਟੈਪ ਕਰਕੇ ਜਿਹੜੇ ਆਪਣੀ ਸੋਚ ਦੇ ਬੰਦੇ ਆ ਉਹ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਹੀ ਲਗਾਤਾਰ। ਇਸੇ ਹੀ ਇੱਕ ਪੈਟਰਨ ਦੇ ਤਹਿਤ ਦੇ ਉੱਤੇ ਅਕਾਲੀ ਦਲ ਨੂੰ ਜਿਹੜਾ ਉਹਨਾਂ ਨੇ ਏਜੰਡਾ ਦੇ ਤਹਿਤ ਉਹਨੂੰ ਟਾਰਗੇਟ ਕਰਕੇ ਫਿਰ ਜਿਹੜੀ ਸਾਡੀ ਸਿੱਖ ਸੰਸਥਾ ਹੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਵਿੱਚ ਵੀ ਬਹੁਤ ਸਾਰੇ ਬੰਦੇ ਇਸੇ ਤਰੀਕੇ ਦੇ ਨਾਲ ਕੱਢੇ ਔਰ ਅਸੀਂ ਇੱਕ ਇੱਕ ਕਰਕੇ ਬੰਦੇ ਸਾਰਿਆਂ ਨੂੰ ਟਾਰਗੇਟ ਕਰਾਂਗੇ। ਜੇ ਰਜਿੰਦਰ ਮੋਹਨ ਚੀਨਾ ਨੂੰ ਨਹੀਂ ਕੱਢਿਆ ਜਾਂਦਾ ਵੀ ਤੁਹਾਡੇ ਵੱਲੋਂ ਅਗਲਾ ਪ੍ਰੋਟੈਸਟ ਕੀ ਕੀਤਾ ਜਾਊਗਾ? ਦੇਖੋ, ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਜਿਹੜੇ ਬੰਦੇ ਵੀ ਇਸ ਚੀਜ਼ ਦੇ ਵਿੱਚ ਸਾਥ ਦੇਣਗੇ ਇਹਨਾਂ ਦਾ, ਅਸੀਂ ਕੱਲੇ ਬੰਦੇ ਦਾ ਘਰ ਤੱਕ ਘੇਰਾਂਗੇ ਔਰ ਅਸੀਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਸਿੱਖ ਆਰਗੇਨਾਈਜੇਸ਼ਨਸ ਦੇ ਅੰਦਰ ਆਰਐਸਐਸ ਦੀ ਆਈਡੀਓਲੋਜੀ ਦੇ ਬੰਦੇ ਜਿਹੜੇ ਖੜੇ ਆਪਣੇ ਧਾਰ ਬਹਿਣ ਉੱਤੇ ਆ ਕੇ। ਵੱਡਾ ਸਵਾਲ ਖੜਾ ਹੁੰਦਾ ਹੈ 328 ਪਾਵਨ ਸਰੂਪਾਂ ਦਾ ਸਿੱਖ ਜਥੇਬੰਦੀਆਂ ਨੂੰ ਹਾਲੇ ਤੱਕ ਹਿਸਾਬ ਨਹੀਂ ਮਿਲਿਆ। ਬਰਗਾੜੀ ਵਾਲੇ ਮੋਰਚੇ ਦਾ ਜਿਹੜਾ ਉੱਥੇ ਘਟਨਾ ਹੋਈ ਸੀ ਉਹਦਾ ਹਿਸਾਬ ਨਹੀਂ ਮਿਲਿਆ। ਕੀ ਲੱਗਦਾ ਹੈ ਇਹਨਾਂ ਚੀਜ਼ਾਂ ਦਾ ਜਿਹੜਾ ਸਿੱਖ ਜਥੇਬੰਦੀਆਂ ਨੂੰ ਹਿਸਾਬ ਮਿਲ ਜੂਗਾ? ਬਿਲਕੁਲ ਮਿਲੂਗਾ ਜੀ। ਪੰਥ ਨੂੰ ਦਰਪੇਸ਼ ਚੁਣੌਤੀਆਂ ਹੈ ਅੱਜ, ਇਹ 'ਚ ਕੋਈ ਦੋ ਰਾਏ ਨਹੀਂ ਕਿ ਉਹ ਜਿਹੜਾ ਸੰਘਰਸ਼ ਜੇ ਚੱਲ ਰਿਹਾ 328 ਸਰੂਪਾਂ ਵਾਲਾ ਵੀ, ਉਹ ਗੱਲ ਹਜੇ ਖਤਮ ਨਹੀਂ ਹੋਈ ਕਿਉਂਕਿ ਜਿਹੜਾ ਸਾਡਾ ਇੱਕ ਕਿਸਾਨ ਅੰਦੋਲਨ ਹੈ ਬਹੁਤ ਵੱਡਾ ਰੂਪ ਧਾਰਨ ਕਰ ਚੁੱਕਾ। ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੀਆਂ ਬਾਕੀ ਛੋਟੀਆਂ ਲਾਮਤਾਂ ਸੀ ਉਹਨਾਂ ਦਾ ਇਲਾਜ ਨਹੀਂ ਕਰਾਂਗੇ। ਤੋਂ ਇਹਨਾਂ ਚੀਜ਼ਾਂ ਨੂੰ ਪੈਰਲਲ ਚੱਲਦੇ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਪੰਥ ਡਟ ਕੇ ਪਹਿਰਾ ਦਊਗਾ ਔਰ 328 ਸਰੂਪਾਂ ਦੇ ਹਿਸਾਬ ਵੀ ਲਵਾਂਗੇ ਅਸੀਂ। ਲਗਾਤਾਰ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਆ, ਲਗਾਤਾਰ ਉਹਨਾਂ ਦੇ ਘਰਾਂ ਦੇ ਘਰਾਓ ਕਰ ਰਹੇ ਆ ਸਟੈਪ ਬਾਈ ਸਟੈਪ। ਹੁਣ ਤੱਕ ਅਸੀਂ ਤਕਰੀਬਨ
15-20 ਤੋਂ ਉੱਪਰ ਜਿਹੜੇ ਲੋਕ ਹੈਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ, ਅਲੱਗ-ਅਲੱਗ ਏਰੀਆ ਦੇ ਵਿੱਚ ਉਹਨਾਂ ਦੇ ਘਰਾਂ ਦੇ ਘਰਾਓ ਕੀਤੇ। ਸਾਡੀ ਉਹ ਲੜੀ ਚੱਲਦੀ ਪਈ ਅੱਜ। ਦਿੱਲੀ 'ਚ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਕਿਤੇ ਨਾ ਕਿਤੇ ਬਦਾਮਾਂ ਦੇ ਲੰਗਰ ਚੱਲਦੇ ਪਏ ਨੇ, ਪੀਜ਼ਿਆਂ ਦੇ ਲੰਗਰ ਵੀ ਚੱਲਦੇ ਪਏ ਨੇ, ਪਰ ਬੀਜੇਪੀ ਇਹ ਤਾਂ ਕਹਿਣਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਫੰਡਿੰਗ ਹੋਣ ਡਈ ਆ। ਕਿਵੇਂ ਵੇਖਦੇ ਹੋ? ਦੇਖੋ, ਬੀਜੇਪੀ ਦੇ ਜਿੰਨੇ ਵੀ ਇਸ਼ੂ ਚੱਕਦੀ, ਖਾਸ ਕਰਕੇ ਕਿਸਾਨੀ ਸੰਘਰਸ਼ ਨੂੰ ਲੈ ਕੇ, ਉਹ ਇੰਨੇ ਹਾਸੋਹੀਣੇ ਆ ਤੇ ਮਤਲਬ ਇੱਕ ਜਵਾਕ ਬੱਚਾ ਵੀ ਜਿਹੜਾ ਪਿੰਡ ਦਾ ਅਨਪੜ੍ਹ ਬੱਚਾ ਵੀ ਹੈ ਨਾ, ਉਹ ਵੀ ਸਮਝ ਜਾਂਦਾ ਵੀ ਇਹ ਤੋਂ ਵੱਡੀ ਬੇਹੂਦਗੀ ਦੀ ਕੋਈ ਗੱਲ ਨਹੀਂ ਹੋ ਸਕਦੀ। ਕਿਸਾਨ ਖੁਦ ਅੰਨਦਾਤਾ, ਉਹ ਲੰਗਰ ਲਾ ਰਿਹਾ, ਪੂਰੇ ਦੇਸ਼ ਦਾ ਢਿੱਡ ਭਰ ਸਕਦਾ। ਉਹਨੇ ਦੁਨੀਆ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਲੰਗਰ ਨਹੀਂ ਲਾਏ। ਜਦੋਂ ਉਹਦੇ ਆਪ ਦੇ ਘਰ ਦੀ ਆਊਗੀ, ਉਹਨੂੰ ਲੰਗਰ ਵਾਸਤੇ ਵੀ ਫੰਡਿੰਗ ਦੀ ਜ਼ਰੂਰਤ ਹੈ। ਪੰਜਾਬ ਦੇ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਨਸ਼ੇੜੀ ਕਿਹਾ ਜਾਂਦਾ ਸੀ, ਅੱਜ ਉਹੀ ਨੌਜਵਾਨ ਜਿਹੜੇ ਆ ਦਿੱਲੀ ਫਤਿਹ ਕਰ ਲਈ ਬਾਰਡਰਾਂ ਤੇ ਖੜੇ ਨੇ। ਬਿਲਕੁਲ, ਦੇਖੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾਇਆ ਵੀ ਤਾਂ ਸਟੇਟ ਨਹੀਂ ਹੈ ਨਾ। ਜਦੋਂ ਪ੍ਰਕਾਸ਼ ਸਿੰਘ ਬਾਦਲ ਇਹ ਸਟੇਟਮੈਂਟ ਦਿੰਦਾ ਕਿ ਮੈਨੂੰ ਪੰਜਾਬ 'ਚ ਕੀੜੀ ਤੁਰੀ ਜਾਂਦੀ ਦਿੰਦੀ ਆ, ਤੇ ਇਹ ਤਾਂ ਨਹੀਂ ਹੋ ਸਕਦਾ ਕਿ ਉਹਦੀ ਆਗਿਆ ਤੋਂ ਬਗੈਰ ਜਾਂ ਸਟੇਟ ਦੀ ਕਿਸੇ ਪਾਲਿਸੀ ਪ੍ਰੋਗਰਾਮ ਤੋਂ ਬਗੈਰ ਇੰਨਾ ਨਸ਼ਾ ਪੰਜਾਬ 'ਚ ਵਿਕ ਜਵੇ। ਪਰ ਕਿਉਂਕਿ ਇੱਥੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਇਹ ਨੌਜਵਾਨੀ ਗੁਰੂ ਦੇ ਓਟ ਆਸਰੇ ਦੇ ਨਾਲ ਅੱਜ ਵੀ ਜਿਉਂਦੀ, ਔਰ ਉਹਨਾਂ ਨੇ ਦਿਖਾਤਾ ਕਿ ਅਸੀਂ ਜਿਉਂਦੇ ਆ। ਬੇਸ਼ੱਕ ਸਾਨੂੰ ਮਾਰਨ ਦੀਆਂ ਸਾਜ਼ਿਸ਼ਾਂ ਜ਼ਰੂਰ ਹੈ ਸਰਕਾਰ ਦੀਆਂ, ਪਰ ਨੌਜਵਾਨਾਂ ਨੇ ਕਦੇ ਵੀ ਸੰਘਰਸ਼ ਤੋਂ ਪਿੱਛੇ ਪੈਰ ਨਹੀਂ ਹਟਾਇਆ। ਦਿੱਲੀ ਅੰਦੋਲਨ ਨੂੰ ਕਿਤੇ ਨਾ ਕਿਤੇ ਖਾਲਿਸਤਾਨੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਵੇਂ ਵੇਖਦੇ ਹੋ ਤੁਸੀਂ? ਇਹ ਬਹੁਤ ਇੱਕ ਇੰਪੋਰਟੈਂਟ ਸਵਾਲ ਹੈ ਜੀ। ਬੜੇ ਲੰਮੇ ਅਰਸੇ ਤੋਂ ਮੈਂ ਵੇਟ ਕਰਦਾ ਸੀ ਕਿ ਮੈਂ ਇਸ ਸਵਾਲ ਦਾ ਜਵਾਬ ਦੇਵਾਂ। ਦੇਖੋ, ਦੋ ਗੱਲਾਂ, ਇਹਨਾਂ ਨੂੰ ਮਿਕਸ ਅਪ ਨਾ ਕੀਤਾ ਜਾਵੇ। ਪਹਿਲੀ ਗੱਲ, ਇਹ ਸੰਘਰਸ਼ ਕਿਸਾਨਾਂ ਦਾ ਆ, ਕਿਸਾਨੀ ਹਿੱਤਾਂ ਦੇ ਲਈ ਆ, ਉਹਨਾਂ ਦੀ ਅਗਵਾਈ ਕਿਸਾਨ ਆਗੂ ਕਰਦੇ ਪਏ ਆ। ਰਹੀ ਗੱਲ ਖਾਲਿਸਤਾਨੀਆਂ ਦੀ, ਜੇਕਰ ਕੋਈ ਖਾਲਿਸਤਾਨ ਦੀ ਮੰਗ ਕਰਦਾ, ਪਹਿਲਾ ਸਵਾਲ ਇਹ ਹੈ ਵੀ ਉਹ ਕਿਉਂ ਮੰਗ ਕਰਦੇ ਖਾਲਿਸਤਾਨ ਦੀ? ਤੁਸੀਂ ਜਦੋਂ 1947 ਤੋਂ ਲੈ ਕੇ ਅੱਜ ਤੱਕ ਕੌਮ ਨੂੰ ਤੁਸੀਂ ਦੱਬਿਆ ਕੁਚਲਿਆ ਆ, ਤੇ ਜੇ ਉਹਨਾਂ ਨੇ ਜੇ ਆਰਐਸਐਸ ਕਹਿ ਸਕਦੀ ਆ ਕਿ ਅਸੀਂ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ, ਤੇ ਜੇ ਕੁਝ ਲੋਕ ਕਹਿੰਦੇ ਵੀ ਅਸੀਂ ਫਿਰ ਪੰਜਾਬ ਨੂੰ ਖਾਲਿਸਤਾਨ ਬਣਾਵਾਂਗੇ, ਫਿਰ ਤਕਲੀਫ ਕਿਹੜੀ ਗੱਲ ਦੀ? ਤੇ ਜੇ ਪੰਜਾਬ ਦੇ ਲੋਕ ਸੰਘਰਸ਼ ਲੜ ਰਹੇ ਆ, ਖਾਲਿਸਤਾਨੀ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਪੋਰਟ ਕਰਦੇ ਪਏ ਆ, ਉੱਥੇ ਲੰਗਰ ਲਾ ਰਹੇ ਆ, ਉਹਨਾਂ ਦੀ ਮਦਦ ਕਰ ਰਹੇ ਆ, ਤੇ ਫਿਰ ਆਰਐਸਐਸ ਵਾਲੇ ਵੀ ਆ ਜਾਣ ਲਾਉਣ ਲੰਗਰ। ਉਹਨਾਂ ਲੱਗਦਾ ਖਾਲਿਸਤਾਨੀ ਵਿੱਚ ਆ, ਤੇ ਫਿਰ ਤੁਸੀਂ ਕਿਉਂ ਨਹੀਂ? ਨਹੀਂ, ਜੇ ਖਾਲਿਸਤਾਨੀ ਉਸ ਲੰਗਰ ਜਿਹਦੇ ਪਹੁੰਚਾਉਣ ਦੀ ਤੁਸੀਂ ਗੱਲ ਕੀਤੀ ਹੈ, ਕਿਤੇ ਨਾ ਕਿਤੇ ਅੰਦੋਲਨ ਖਰਾਬ ਹੋ ਸਕਦਾ, ਉਹਨਾਂ ਦੇ ਸਵਾਲ ਜਿਹੜੇ ਚੁੱਕੇ ਆ ਉਹ ਕਿਤੇ ਨਾ ਕਿਤੇ ਸੱਚ ਹੋ ਸਕਦੇ। ਇਸ ਤਰ੍ਹਾਂ ਦੇ ਆਪਾਂ ਸਵਾਲ ਜਵਾਬ ਕਰਾਂਗੇ। ਦੇਖੋ, ਬਹੁਤ ਸਾਰੀਆਂ ਪੰਜਾਬ ਦੇ ਵਿੱਚ ਖਾਲਿਸਤਾਨੀ ਜਥੇਬੰਦੀਆਂ, ਦਲ ਖਾਲਸਾ ਹੋ ਗਈ, ਸਿਮਰਨਜੀਤ ਸਿੰਘ ਮਾਨ ਦੀ ਜਥੇਬੰਦੀ ਆ, ਜਿਹੜੀਆਂ ਖਾਲਿਸਤਾਨ ਦੇ ਨਾਂ ਦੇ ਉੱਤੇ ਵੋਟਿੰਗ ਤੱਕ ਜਿਹੜੇ ਬੰਦੇ ਲੈਂਦੇ ਹੈਗੇ ਆ। ਤੁਸੀਂ ਮੈਨੂੰ ਦਿਖਾਓ ਖਾਲਿਸਤਾਨ ਦਾ ਉੱਤੇ ਕਿਹੜਾ ਸਿਮਰਨਜੀਤ ਸਿੰਘ ਮਾਨ ਨੇ ਸਟੇਜ ਤੇ ਬੋਲਿਆ ਹੋਵੇ ਕੋਈ? ਠੀਕ ਹੈ, ਤਾਂ ਇਹ ਬਿਲਕੁਲ ਜਦੋਂ ਕਿਸੇ ਸਟੇਟ ਦੇ ਨਾਸੀ ਧੂਆਂ ਕੀਤਾ ਪਿਆ ਹੋਵੇ ਇੱਕ ਸੰਘਰਸ਼ ਨੇ, ਕੁਦਰਤੀ ਗੱਲ ਹੈ ਉਹਨੇ ਛੋਟੇ-ਛੋਟੇ ਇਲਜ਼ਾਮ ਤੇ ਲਾਉਣੇ ਹੀ ਲਾਉਣੇ ਹੁੰਦੇ ਆ, ਜਦ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਲੋਕ ਸੰਪੂਰਨ ਤੌਰ ਦੇ ਉੱਤੇ, ਕਿੰਨੇ ਹਿੰਦੂ ਪਰਿਵਾਰ ਆ, ਬਹੁਤ ਸਾਰੇ ਹਿੰਦੂ ਲੋਕਾਂ ਦੀਆਂ ਵਾਈਟ ਹੈ, ਜਿਹੜਾ ਮੋਦੀ ਮੀਡੀਆ, ਜਿਹੜਾ ਗੋਦੀ ਮੀਡੀਆ ਨਹੀਂ ਦਿਖਾ ਰਿਹਾ। ਉੱਥੇ ਵਪਾਰੀ ਵਰਗ ਵੀ ਉੱਥੇ ਖੜਾ, ਪੰਜਾਬ ਦਾ ਸਾਰਾ ਜਿੰਨਾ ਲੋਕ ਇੱਥੇ ਕਿਸੇ ਵੀ ਫੀਲਡ ਦੇ ਲੋਕ ਆ, ਉਹਨਾਂ ਨੇ ਪੰਜਾਬੀ ਸੰਘਰਸ਼ ਦੇ ਵਿੱਚ ਸਾਥ ਦਿੱਤਾ ਕਿਸਾਨਾਂ ਦਾ ਉੱਥੇ ਸਾਰਿਆਂ ਨੇ। ਜਿਸ ਦਿਨ GST ਲਾਗੂ ਕੀਤੀ ਸੀ, ਉਸ ਦਿਨ ਵਪਾਰੀ ਵਰਗ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਜੇ ਅੱਜ ਕਿਸਾਨ ਦੀ ਗੱਲ ਆ, ਕਿਸਾਨਾਂ ਦੇ ਹਿੱਤ ਦੀ ਗੱਲ ਆਈ ਆ, ਵਪਾਰੀ ਵਰਗ, ਮਜ਼ਦੂਰ, ਹਰ ਵਰਗ ਜਿਹੜਾ ਕਿਸਾਨ ਦੇ ਨਾਲ ਖਲੋਤਾ। GST ਸਮੇਂ ਜੇ ਇਹੋ ਹੀ ਜਥੇਬੰਦੀਆਂ ਨੇ ਵਿਰੋਧ ਕੀਤਾ ਹੁੰਦਾ, ਅੱਜ ਕਿਸਾਨਾਂ ਨੂੰ ਆਹ ਦਿਨ ਵੇਖਣਾ ਨਾ ਪੈਂਦਾ। ਕਿਵੇਂ ਵੇਖਦੇ ਹੋ ਤੁਸੀਂ? ਨਹੀਂ, ਬਿਲਕੁਲ GST ਦੇ ਵਕਤ ਦੇ ਉੱਤੇ ਜੇਕਰ ਜਿਹੜੀਆਂ ਉਹ ਆਰਗੇਨਾਈਜੇਸ਼ਨ ਜਿਹੜੀਆਂ ਬਿਜ਼ਨਸ ਕਰਦੀਆਂ ਪਈਆਂ, ਕਿਉਂਕਿ ਕਿਸਾਨ ਨੂੰ ਇਸ ਚੀਜ਼ ਦੀ ਸ਼ਾਇਦ GST ਦੇ ਸੰਬੰਧੀ ਇੰਨੀ ਮੁਸ਼ਕਲ ਨਹੀਂ ਸੀ, ਤੇ ਜਦੋਂ ਜਿਨ੍ਹਾਂ ਨੂੰ ਮੁਸ਼ਕਲ ਸੀ ਉਹਨਾਂ ਨੇ ਆਵਾਜ਼ ਬੁਲੰਦ ਨਹੀਂ ਕੀਤੀ। ਅੱਜ ਕਿਸਾਨ ਨੇ ਮੋਰਚਾ ਕੀ ਮੰਨਦੇ ਹੋ ਕਿ ਉਦੋਂ ਸਮੇਂ ਆਵਾਜ਼ ਉਠਾਉਣੀ ਚਾਹੀਦੀ, ਅੱਜ ਆਹ ਦਿਨ ਵੇਖਣੇ ਨਾ ਪੈਂਦੇ? ਬਿਲਕੁਲ ਉਠਾਉਣੀ ਚਾਹੀਦੀ ਸੀ, ਕੱਲੀ ਉਸ ਟਾਈਮ ਦੇ ਉੱਤੇ ਨਹੀਂ, ਜਦੋਂ 370 ਹਟਾਈ ਉਦੋਂ ਵੀ ਉਠਾਉਣੀ ਚਾਹੀਦੀ ਸੀ। ਹਰ ਉਸ ਗੱਲ ਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਜਿਹੜੀ ਮਨੁੱਖੀ ਅਧਿਕਾਰਾਂ ਦੇ ਖਿਲਾਫ ਜਾਂਦੀ ਹੋਵੇ, ਜਿਹੜੀ ਸਾਡੇ ਹੱਕ ਨੂੰ ਮਾਰਦੀ ਹੋਵੇ। ਹਰ ਉਸ ਗੱਲ ਤੇ ਆਵਾਜ਼ ਬੁਲੰਦ ਕਰਨੀ ਚਾਹੀਦੀ। ਜਿਹੜੇ ਪੰਜਾਬ ਨੇ ਹਮੇਸ਼ਾ ਹੀ ਦਿੱਲੀ ਦੀ ਰਾਖੀ ਕੀਤੀ ਆ, ਸਾਡੇ ਜਿਹੜੇ ਗੁਰੂ ਹੋਏ ਨੇ ਉਹਨਾਂ ਨੇ ਦਿੱਲੀ ਨੂੰ ਬਚਾਉਣ ਦੀ ਹਮੇਸ਼ਾ ਹੀ ਕੋਸ਼ਿਸ਼ ਕੀਤੀ ਆ, ਅੱਜ ਉਸੇ ਪੰਜਾਬ ਦੇ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ, ਉਸੇ ਪੰਜਾਬ ਦੇ ਨਾਲ ਤਸ਼ੱਦਦ ਕਿਉਂ ਕੀਤਾ ਜਾ ਰਿਹਾ? ਕਿਵੇਂ ਵੇਖਦੇ ਹੋ ਤੁਸੀਂ? ਆਈਡੀਓਲੋਜੀ ਦੀ ਖੇਡ ਹੈ ਸਾਰੀ, ਆਈਡੀਆ ਦਾ ਫਰਕ ਆ। ਇੱਕ ਬੰਦਾ ਆ ਜਿਹੜਾ ਕਹਿੰਦਾ ਮੈਂ ਦਰਬਾਰ ਸਾਹਿਬ ਨੂੰ ਮੈਂ ਵੀ ਮੱਥਾ ਟੇਕਦਾ, ਪਰ ਉਹੀ ਬੰਦਾ, ਉਹੀ ਲੋਕ ਜਿਹੜੇ ਆ ਦਰਬਾਰ ਸਾਹਿਬ ਨੂੰ ਢਾਉਂਦੇ ਵੀ ਆ। ਦੂਜੇ ਪਾਸੇ ਉਹ ਲੋਕ ਆ ਜੋ ਨਾ ਤਾਂ ਤਿਲਕ ਲਾਉਂਦੇ, ਨਾ ਜੰਜੂ ਪਾਉਂਦੇ, ਪਰ ਉਹਦੀ ਰਾਖੀ ਦੇ ਲਈ ਸ਼ਹਾਦਤ ਦਿੰਦੇ। ਆਈਡੀਓਲੋਜੀ ਦਾ ਫਰਕ ਹੈ ਨਾ। ਕੀ ਮੰਨਦੇ ਹੋ ਕਿਸਾਨ ਦਿੱਲੀ 'ਚ ਬੈਠੇ ਆ, ਜੰਗ ਜਿੱਤ ਕੇ ਆਉਣਗੇ ਜੋ ਕਿਸਾਨੀ ਦੀ ਆ? ਸਰਕਾਰਾਂ ਨੂੰ ਤੇ ਪੂਰੀ ਦੁਨੀਆ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ, ਉਹਨਾਂ ਦੇ ਵਿੱਚੋਂ 100 ਚੋਂ 98% ਬੰਦਿਆਂ ਦੇ ਸਿਰਾਂ ਤੇ ਪੱਗਾਂ ਆ, ਤੇ ਪੱਗਾਂ ਵਾਲਿਆਂ ਦਾ ਇਤਿਹਾਸ ਬੋਲਦਾ ਜਿੱਧਰ ਨੂੰ ਤੁਰ ਪਏ ਮਰ ਕੇ ਮੁੜਦੇ ਆ, ਬਿਨਾਂ ਛੱਡੇ ਜੰਗ ਨੂੰ ਕਦੇ ਮੁੜੇ ਨਹੀਂ ਅੱਜ ਤੱਕ। ਸੋ ਧੰਨਵਾਦ। ਇਹ ਸਨ ਸਿੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵੱਲੋਂ ਅੱਜ ਖਾਲਸਾ ਕਾਲਜ ਦੇ ਬਾਹਰ
ਬੀਜੇਪੀ ਆਗੂ ਰਜਿੰਦਰ ਮੋਹਨ ਛੀਨਾ ਦਾ ਵਿਰੋਧ ਕੀਤਾ ਜਾ ਰਿਹਾ, ਜਿਨ੍ਹਾਂ ਦੀ ਮੰਗ ਆ ਕਿ ਰਜਿੰਦਰ ਮੋਹਨ ਛੀਨਾ ਨੂੰ ਇਸ ਕਮੇਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ। ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ, ਅੰਮ੍ਰਿਤਸਰ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।